ਸ੍ਰੀ ਵਾਹਿਗੁਰੂ। ਪਾਵ ਸੁਹਾਵੇ ਜਾਨਤੋ ਧਿਰ ਜੁਲ ਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਨਤੋ ਜਸ ਗਾਵੇ, ਜਿਉ ਪਿਆ ਤੋ ਸ਼ਰਨੀ। ਟੈਂਡੀ ਬੰਦਿਸ ਮੈਂ ਕੋਈ ਨਾ ਡਿਠਾ, ਤੂੰ ਨਾਨਕ ਮਨ ਪਾਣਾ, ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਿਛਾਣਾ। ਤੁਮਰੇ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ, ਰਾਖੋ ਰਾਖਣ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਸ਼ਹਿਨਸ਼ਾਹੇ ਹਰਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤ ਸੰਗਿਓ, ਕਰੋ ਰਸਨਾ ਪਵਿੱਤਰ, ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਆਪ ਵਡਭਾਗੀ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕੇ ਨੀਲੇ ਦੇ ਸ਼ਾਹ ਸਵਾਰ, ਅੰਮ੍ਰਿਤ ਦੇ ਦਾਤੇ, ਪੁੱਤਰਾਂ ਦੇ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜਿਗਰਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਇਹ ਜੋ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ, ਉਸੇ ਸੰਬੰਧ ਵਿੱਚ ਆਪ ਵੀ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਦਾਸ ਤੋਂ ਪਹਿਲਾਂ ਰੱਬੀ ਬਾਣੀ, ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ। ਭਾਈ ਸਾਹਿਬ ਜੀ ਬੜੇ ਸੁੰਦਰ ਅੰਦਾਜ਼ ਵਿੱਚ ਔਰ ਬੜੀ ਮਿੱਠੀ ਆਵਾਜ਼ ਵਿੱਚ ਉਸ ਮਾਲਿਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ। ਸੁਭਾਗ ਪ੍ਰਾਪਤ ਹੋਇਆ ਕੁਝ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀ। ਮੇਰੇ ਪਾਤਸ਼ਾਹ ਜੀ ਦਾ ਪਾਵਨ ਬਚਨ ਮੇਰੇ ਸਾਹਮਣੇ ਆ ਰਿਹਾ। ਸਾਹਿਬ ਕਹਿੰਦੇ ਨੇ, ਧੰਨ ਜੀਓ ਤਹਿ ਕੋ ਜਗ ਮੇ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰਿਆ। ਉਂਝ ਤਾਂ ਸੰਸਾਰ ਵਿੱਚ ਬਹੁਤ ਦੁਨੀਆ ਆਉਂਦੀ ਏ, ਜਨਮ ਹੋਇਆ ਤੇ ਚਲੇ ਗਏ, ਪਰ ਕੁਝ ਐਸੇ ਨੇ ਜਿਹੜੇ ਆਉਂਦੇ ਨੇ ਪਰ ਜਾਂਦੇ ਨੇ। ਉਹਨਾਂ ਦਾ ਆਉਣਾ ਧੰਤਾ ਯੋਗ ਹੈ। ਪਰ ਕੌਣ ਨੇ ਜਿਹੜੇ ਨਹੀਂ ਜਾਂਦੇ, ਜਿਹੜੇ ਜਗਤ ਲਈ ਕੁਝ ਕਰਕੇ ਜਾਂਦੇ ਨੇ, ਜਿਨ੍ਹਾਂ ਨੇ ਜਗਤ ਨੂੰ ਕੁਝ ਦਿੱਤਾ ਹੈ, ਉਹਨਾਂ ਨੂੰ ਫਿਰ ਯਾਦ ਕੀਤਾ ਜਾਂਦਾ ਹੈ। ਉਹਨਾਂ ਦੇ ਨਾਂ ਦੇ ਮੇਲੇ ਲੱਗਦੇ ਨੇ। ਪਾਤਸ਼ਾਹ ਜੀ ਦਾ ਪਾਵਨ ਬਚਨ, ਧੰਨ ਜੀਓ ਤੈਂ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰਿਆ। ਉਸ ਪਰਮਾਤਮਾ ਦਾ ਸਿਮਰਨ ਵੀ ਰਸਨਾ ਤੇ ਹੋਵੇ, ਪਰ ਅੰਦਰ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਸੰਘਰਸ਼ ਵੀ ਹੋਵੇ। ਸਿੱਖੀ ਹੈ ਹੀ ਜਿੱਥੇ ਸ਼ਬਦ ਦੀ ਸਾਂਝ ਹੈ, ਉੱਥੇ ਸ਼ਸਤਰ ਦੀ ਵੀ ਸਾਂਝ ਹੈ। ਸਿੱਖੀ ਤੇ ਹੈ ਹੀ ਬਾਣੀ ਤੇ ਬਾਣਾ, ਗੁਰਬਾਣੀ ਤੇ ਕੁਰਬਾਨੀ ਦੀ ਸਾਂਝ ਹੀ ਸਿੱਖੀ ਹੈ।
ਇੱਕ ਤੇ ਅੰਦਰਲੇ ਵਿਕਾਰਾਂ ਨਾਲ ਯੁੱਧ ਕਰਨਾ, ਇੱਕ ਜਿਹੜੇ ਬਾਹਰ ਦੇ ਨੇ ਦੁਸ਼ਮਣ ਉਹਨਾਂ ਨਾਲ ਵੀ ਲੋਹਾ ਲੈਣ ਲਈ ਤਿਆਰ ਰਹੇ। ਕਿਉਂਕਿ ਪਾਤਸ਼ਾਹ ਜੀ ਨੇ ਬੜਾ ਪਿਆਰਾ ਬਚਨ ਕੀਤਾ ਹੈ। ਸਾਹਿਬ ਕਹਿੰਦੇ ਨੇ, ਤਨ ਜਿਉ ਤੈਂ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੇ, ਦੇ ਅਨਿਤ ਨਾਨਿਤ ਰਹਿ, ਜਸ ਨਾਵ ਚੜੇ ਭਵ ਸਾਗਰ ਤਾਰੇ। ਕਹਿੰਦੇ ਨੇ ਜਿਹੜਾ ਸਰੀਰ ਹੈ ਨਾ, ਇਹ ਸਦਾ ਨਹੀਂ ਰਹਿਣਾ। ਅਸਲ ਵਿੱਚ ਮਨੁੱਖ ਮੰਗ ਕਾਹਦੀ ਕਰਦਾ? ਜੀਵਨ ਦੀ। ਤੇ ਡਰ ਕਾਹਦਾ? ਇਹਨੂੰ ਮੌਤ ਦਾ। ਬਹੁਤਾ ਜੀਵਨ ਮੰਗੀਐ ਮੂਆ ਨਾ ਲੋੜੈ ਕੋਈ। ਜੀਵਨ ਦੀ ਮੰਗ ਹੈ, ਮੌਤ ਦਾ ਭੈ ਹੈ। ਕੋਈ ਬੰਦਾ ਕਿਸੇ ਦੀ ਗੋਲੀ ਕੋਲੋਂ ਨਹੀਂ ਜੇ ਡਰਦਾ। ਗੋਲੀ ਤੋਂ ਹੋਣ ਵਾਲੀ ਮੌਤ ਦਾ ਹੀ ਡਰ ਹੈ, ਕਿਤੇ ਮੌਤ ਨਾ ਆ ਜਾਏ। ਤੋ ਪਾਤਸ਼ਾਹ ਜੀ ਨੇ ਸਮਝਾਇਆ, ਕਹਿੰਦੇ ਨੇ ਸਰੀਰ ਸਦਾ ਨਹੀਂ ਰਹਿਣਾ। ਜੋ ਸਮੇਂ ਵਿੱਚ ਆਇਆ, ਇੱਕ ਦਿਨ ਸਮੇਂ ਨੇ ਮਿਟਾ ਦੇਣਾ। मिटे जिंदगी के निशान कैसे कैसे, जमी खा गई आसमां कैसे कैसे। बड़े बड़े वड्डे आए दिमागां वाले इस जगत विच आए, समय विच आए, समय ने मिटा दिते। इत्थों तक कि जिन्हां वास्ते ये धारना बनी सी ना कि ब्रह्मा ने सृष्टि की रचना की है, विष्णु भंडारी ते शिव जी मौत देण वाला, कलगी वाले पातशाह कहंदे ने भी समय विच आए, समय ने भी मिटा दिते। काल पाए ब्रह्मा बाप धरा, काल पाए शिवजू अवतारा, काल पाए कर बिशन प्रकाशा, सकल काल का किया तमाशा। ये ते समय दा तमाशा, समय विच आए मिटा दिते। तो साहब जी कहंदे ने, दे अनित नानित रहे, जस नाव चढ़े भव सागर तारे। ਹੁਣ ਜਗਤ ਵਿੱਚ ਆਏ ਆ ਤੇ ਕੀ ਕਰਨਾ? ਇੱਥੇ ਜਸ ਖੱਟ ਕੇ ਜਾਣਾ, ਜਸ ਦੀ ਨਾਵ ਵਿੱਚ ਬੈਠਣਾ ਤੇ ਭਵ ਸਾਗਰ ਤੋਂ ਪਾਰ ਹੋਣਾ। ਇੱਕ ਅਦੀਬ ਕਹਿੰਦਾ ਕਿ ਉਹ ਚਾਲ ਚੱਲ कटे खुशी से जिंदगी तेरी, वो काम कर सब तुझे याद किया करे। जिस महफिल में भी हो वो तेरा ही जिक्र खैर, तेरा नाम भी लें तो अदब से लिया करे। तेनू पिछों भी याद करे तो कोई चंगे शब्दां दे नाल। मैनू एक गल याद आई, कलगी वाले पातशाह दे कोल एक मनुख दौड़दा होया आया ते आके कहन लगा, आनंदपुर साहब दी गल है, कहंदा पातशाह जेड़ा फलाना बंदा तुहाडे गुआंढ विच रहिंदा सी ना, वो चलाना कर गया। ते पातशाह जी कहन लगे, नहीं मैं नहीं मानता, वो नहीं मर सकता। उन्हें कहा, नहीं महाराज मैं आप वेख्या, ਉਹਦਾ ਮ੍ਰਿਤਕ ਸਰੀਰ ਘਰ ਵਿੱਚ ਪਿਆ, ਪਰਿਵਾਰ ਸਾਰਾ ਰੁਦਨ ਕਰ ਰਿਹਾ ਹੈ, ਉਹ ਫਲਾਣਾ ਬੰਦਾ ਚਲਾਣਾ ਕਰ ਗਿਆ। ਤੇ ਸਾਹਿਬ ਕਹਿੰਦੇ ਨੇ, ਠੀਕ ਆਖਦਾ ਤੂੰ ਵੀ ਕਰ ਗਿਆ ਹੋਵੇਂਗਾ, ਪਰ ਮੈਂ ਨਹੀਂ ਮੰਨਦਾ। ਪਾਤਸ਼ਾਹ ਨਾਲੇ ਕਹਿੰਦੇ ਉਹ ਕਿ ਠੀਕ ਆਖਦਾ ਤੂੰ ਵੀ, ਨਾਲੇ ਕਹਿੰਦੇ ਉਹ ਮੈਂ ਨਹੀਂ ਮੰਨਦਾ, ਕਾਰਨ ਕੀ ਹੈ? ਤੇ ਬੜਾ ਪਿਆਰਾ ਵਿਅੰਗ ਕਰਦੇ ਨੇ ਪਾਤਸ਼ਾਹ ਜੀ, ਕਹਿੰਦੇ ਨੇ, ਕਬਹੂ ਰਣ ਜੂਝਿਓ ਨਹੀਂ, ਕਛ ਦੇ ਜਸ ਨੈ ਲੀਨ। ਕਹਿੰਦੇ ਨੇ ਉਹ ਤੇ ਏਡਾ ਮਾੜਾ ਬੰਦਾ ਸੀ, ਉਹਨੇ ਕਦੇ ਤੱਤੇ ਥਾਂ ਪੈਰ ਹੀ ਨਹੀਂ ਰੱਖਿਆ, ਉਹਨੇ ਕਦੇ ਕਿਸੇ ਦਾ ਦੁੱਖ ਵੰਡਾਇਆ ਨਹੀਂ, ਕਦੇ ਕਿਸੇ ਦੀ ਸਹਾਇਤਾ ਨਹੀਂ ਕੀਤੀ। ਬੜੀ ਕਮਾਲ ਦੀ ਗੱਲ ਕਹੀ। ਕਹਿੰਦੇ ਨੇ, ਕਬਹੂ ਰਣ ਜੂਝਿਓ ਨਹੀਂ, ਕਛ ਦੇ ਜਸ ਨੈ ਲੀਨ। ਉਹਨੇ ਜਸ ਕਦੇ ਖੱਟਿਆ ਹੀ ਨਹੀਂ। ਗ੍ਰਾਮ ਬਸਤ ਜਾਣਿਓ ਨਹੀਂ, ਜਮ ਕੋ ਕਿਨ ਕਹਿ ਦੀਨ। ਕਹਿੰਦੇ ਨੇ ਗਵਾਂਢ ਵਿੱਚ ਤੇ ਪਿੰਡ 'ਚ ਉਹਨੂੰ ਕੋਈ ਜਾਣਦਾ ਨਹੀਂ ਸੀ, ਜਮਾ ਨੂੰ ਕਿਨੇ ਦੱਸ ਦਿੱਤਾ ਵੀ ਇੱਥੇ ਹੀ ਰਹਿੰਦਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ, ਦੇ ਅਨਿਤ ਨਾ ਨਿਤ ਰਹੇ, ਜਸ ਨਾਵ ਚੜ੍ਹੇ ਭਵ ਸਾਗਰ ਤਾਰੇ। ਇੱਕ ਬੜੀ ਕਮਾਲ ਦੀ ਗੱਲ ਹੋਰ ਕਹਿ ਦਿੱਤੀ, ਧੀਰਜ ਧਾਮ ਬਣਾਏ ਇਹ ਤਨ। ਕਹਿੰਦੇ ਨੇ ਇਸ ਤਨ ਨੂੰ ਧੀਰਜ ਦਾ ਘਰ ਬਣਾਉਣਾ। ਅਸਲ ਵਿੱਚ ਬੰਦਾ ਧੀਰਜ ਤੋਂ ਹੀ ਟੁੱਟਾ ਹੋਇਆ। ਆ ਜਿੰਨੇ ਅੱਜ
ਪੁਆੜੇ ਦੀ ਜੜ ਹੈ ਨਾ ਸਾਰਾ, ਇਹ ਧੀਰਜ ਹੀ ਹੈ। ਕਿਤੇ ਧੀਰਜ ਨਾਲ ਫੈਸਲੇ ਲਏ ਹੁੰਦੇ ਤੇ ਅੱਜ ਜ਼ਿਮੀਂਦਾਰਾਂ ਨੂੰ ਇੰਨਾ ਖੱਜਲ ਨਾ ਹੋਣਾ ਪੈਂਦਾ, ਇੰਨਾ ਕਿਤੇ ਸੜਕਾਂ ਤੇ ਨਾ ਰੁਲਣਾ ਪੈਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਪਤਾ ਕੀ ਕਹਿੰਦੇ ਨੇ? ਔਰੰਗਜ਼ੇਬ ਨੂੰ ਜਫਰਨਾਮਾ ਜਦੋਂ ਲਿਖਿਆ ਤੇ ਉਹਦੇ ਵਿੱਚ ਉਹ ਕਹਿੰਦੇ ਨੇ, ਖੁਸ਼ ਗੁਫਤ ਫਰਦੋਸੀਏ ਖੁਸ਼ ਜ਼ੁਬਾਨ। ਕਹਿੰਦੇ ਨੇ ਔਰੰਗਜ਼ੇਬ ਵੇਖ ਫਰਦੌਸੀ ਨੇ ਕਿੰਨੀ ਕਮਾਲ ਦੀ ਗੱਲ ਕਹੀ ਹੈ, ਖੁਸ਼ ਗੁਫਤ ਫਰਦੌਸੀਏ ਖੁਸ਼ ਜ਼ੁਬਾਨ ਕਿ ਸ਼ਤਾਬੀ ਬਵਦਕਾਰੇ ਆਹਰ ਮਨਾ। ਕਹਿੰਦੇ ਨੇ ਕਿ ਜਿਹੜੀ ਕਾਲੀ ਹੈ ਨਾ, ਕਾਲੀ ਕਰਨਾ ਸ਼ੈਤਾਨਾਂ ਦਾ ਕੰਮ ਹੈ, ਸਿਆਣੇ ਬੰਦੇ ਕਦੇ ਕਾਲੀ ਨਹੀਂ ਕਰਦੇ। ਸਿਆਣਾ ਮਨੁੱਖ ਧੀਰ, ਕਾਲੀ ਦੇ ਕੀਤੇ ਹੋਏ ਫੈਸਲੇ ਕਦੇ ਵੀ ਠੀਕ ਨਹੀਂ ਹੁੰਦੇ। ਕੋਈ ਵੀ ਕੰਮ ਜਿਹੜਾ ਕਾਲੀ ਵਿੱਚ ਕੀਤਾ ਨਾ ਉਹ ਠੀਕ ਨਹੀਂ ਹੁੰਦਾ। ਤੋ ਪਾਤਸ਼ਾਹ ਜੀ ਕਹਿੰਦੇ ਨੇ ਇਹਨੂੰ ਧੀਰਜ ਦਾ ਘਰ ਬਣਾ। ਧੀਰਜ ਧਾਮ ਬਣਾਏ ਹੈ ਤਨ, ਬੁੱਧ ਸਦੀਪਕ ਜਿਉ ਜਿਆਰੇ। ਕਹਿੰਦੇ ਨੇ ਮਨੁੱਖ ਰੋਸ਼ਨ ਦਿਮਾਗ ਹੋਣਾ ਚਾਹੀਦਾ, ਡਲ ਬੁੱਧੀ ਵਾਲਾ ਨਹੀਂ। ਗਿਆਨੇ ਕੀ ਵੱਡਣੀ ਮਨੋ ਹਾਥ ਲੈ। ਵੱਡਣੀ ਕਹਿੰਦੇ ਨੇ ਬੌਕਰ ਨੂੰ, ਝਾੜੂ ਨੂੰ। ਤੇ ਝਾੜੂ ਕਿਹੜਾ, ਬੌਕਰ ਕਿਹੜੀ ਲੈਣੀ ਹੈ? ਗਿਆਨ ਦੀ। ਜਦੋਂ ਮਨੁੱਖ ਦੇ ਕੋਲ ਗਿਆਨ ਹੋਵੇਗਾ ਨਾ, ਜਦੋਂ ਇਸ ਗੱਲ ਦਾ ਗਿਆਨ ਹੋਵੇਗਾ ਕਿ ਸਰੀਰ ਸਦੀਵੀ ਨਹੀਂ ਰਹਿਣਾ, ਤੇ ਉਦੋਂ ਕੋਈ ਵੀ ਫੈਸਲਾ ਕਰਨ ਲੱਗਾ ਫਿਰ ਗਲਤ ਨਹੀਂ ਕਰਦਾ, 20 ਵਾਰੀ ਸੋਚਦਾ ਕਿ ਆਖਿਰਕਾਰ ਜਾਣਾ ਪੈਣਾ, ਇਸ ਸੰਸਾਰ ਤੋਂ ਜਾਣਾ, ਇਸ ਦੀ ਵੀ ਨਹੀਂ। ਪਰ ਮਾਰ ਉਦੋਂ ਹੀ ਖਾਂਦਾ ਜਦੋਂ ਕਹਿੰਦਾ ਕਿ ਬਾਕੀਆਂ ਹੀ ਜਾਣਾ, ਮੈਂ ਨਹੀਂ ਜਾਣਾ, ਮੈਂ ਤੇ ਇੱਥੇ ਹੀ ਰਹਿਣਾ। ਬੰਦੇ ਨੂੰ ਮੌਤ ਹੀ ਭੁੱਲ ਗਈ ਹੈ। ਕਹਿੰਦੇ ਨੇ ਗਿਆਨ ਦਾ ਝਾੜੂ ਹੱਥ ਵਿੱਚ ਹੋਵੇ, ਗਿਆਨੇ ਕੀ ਵੱਡਣੀ ਮਨੋ ਹਾਥ ਲੈ ਹੈ। ਤੇ ਕਰਨਾ ਕੀ ਹੈ? ਕਾਤਰਤਾ ਕੁਤਵਾਰ ਬੁਹਾਰ ਹੈ। ਕਹਿੰਦੇ ਨੇ ਕਾਇਰਤਾ ਦਾ ਕੂੜਾ ਹੂੰਝ ਕੇ ਅੰਦਰੋਂ ਬਾਹਰ ਸੁੱਟ ਦੇਵੇ। ਇਹ ਕਲਗੀ ਵਾਲੇ ਪਾਤਸ਼ਾਹ ਕਹਿ ਰਹੇ ਨੇ। ਤੇ ਕਿਹਾ ਹੀ ਨਹੀਂ ਕੇਵਲ ਮੇਰੇ ਪਾਤਸ਼ਾਹ ਜੀ ਨੇ, ਜਿੰਨਾ ਕਾਇਰਤਾ ਦਾ ਕੂੜਾ ਸੀ ਸਾਰਾ ਹੀ ਬਾਹਰ ਕੱਢ ਦਿੱਤਾ। ਨਰੋਲ ਇੱਕ ਖਾਲਸਾ ਬਣਾਇਆ। ਪਰ ਕਮਾਲ ਦੀ ਗੱਲ ਹੈ ਕਿ ਜਦੋਂ ਖਾਲਸੇ ਦੀ ਵੀ ਸਾਜਨਾ ਕਰਨੀ ਸੀ ਨਾ, ਉਸ ਵੇਲੇ ਵੀ ਮੇਰੇ ਪਾਤਸ਼ਾਹ ਜੀ ਨੇ ਆਵਾਜ਼ ਮਾਰੀ। ਜਿਹੜੇ 22 ਧਾਰ ਦੇ ਰਾਜੇ ਸਨ ਉਹਨਾਂ ਨੂੰ ਵੀ ਕਿਹਾ, ਆਓ ਮੈਂ ਤੁਹਾਡੇ ਗਲੋਂ ਗੁਲਾਮੀ ਦਾ ਤੌਕ ਲਾਣਾ ਚਾਹੁੰਦਾ। ਬੜਾ ਚਿਰ ਹੋ ਗਿਆ ਤੁਹਾਨੂੰ ਗੁਲਾਮੀ ਝੱਲਦਿਆਂ, ਕਿਉਂਕਿ ਆਪ ਦੀ ਗਿਆਤ ਲਈ ਮੈਂ ਅਰਜ਼ ਕਰਾਂ ਕਿ ਇਹਨਾਂ ਕੋ ਗੁਲਾਮੀ ਦਾ ਇਹਨਾਂ ਤੇ ਪ੍ਰਭਾਵ ਪੈ ਗਿਆ ਕਿ ਇਹਨਾਂ ਆਪਣੀਆਂ ਧੀਆਂ ਭੈਣਾਂ ਦੇ ਡੋਲੇ ਮੁਗਲਾਂ ਨੂੰ ਦੇਣੇ ਸ਼ੁਰੂ ਕਰ ਦਿੱਤੇ। ਰਾਜਾ ਜੈ ਸਿੰਘ ਵਾਲੀਏ ਜੈਪੁਰ, ਰਾਜਾ ਮਾਨ ਸਿੰਘ, ਰਾਜਾ ਮਾਨ ਸਿੰਘ ਨੇ ਆਪਣੀ ਸਕੀ ਭੈਣ ਦਾ ਡੋਲਾ ਦਿੱਤਾ ਅਕਬਰ ਨੂੰ, ਜਿਹਦੀ ਕੁੱਖ ਤੋਂ ਫਿਰ ਸਲੀਮ ਪੈਦਾ ਹੋਇਆ, ਜਿਹਦਾ ਨਾਂ ਜਹਾਂਗੀਰ ਰੱਖਿਆ ਗਿਆ, ਜਿਸ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ ਤੇ ਵੀ ਬਿਠਾਇਆ। ਤੋ ਪਾਤਸ਼ਾਹ ਜੀ ਕਹਿਣ ਲੱਗੇ, ਮੈਂ ਤੁਹਾਡੇ ਕੋਲੋਂ ਗੁਲਾਮੀ ਦਾ ਤੌਕ ਲਾਣਾ। ਤੇ ਜਦੋਂ ਤੁਸੀਂ ਵੇਖਿਆ ਕਿਸੇ ਪੰਛੀ ਨੂੰ ਬਹੁਤ ਲੰਮਾ ਸਮਾਂ ਪਿੰਜਰੇ 'ਚ ਰਹਿੰਦਿਆਂ ਹੋ ਜਾਏ ਨਾ ਜੀ, ਉਹਨੂੰ ਬਾਹਰ ਕੱਢ ਕੇ ਵੇਖਿਓ, ਭੱਜ ਕੇ ਫਿਰ ਪਿੰਜਰੇ 'ਚ ਵੜ ਜਾਏਗਾ। ਉਹ ਆਪਣੇ ਆਪ ਨੂੰ ਪਿੰਜਰੇ ਵਿੱਚ ਹੀ ਮਹਿਫੂਜ਼ ਸਮਝਦਾ। ਇਹ ਹਾਲਤ ਹੋ ਚੁੱਕੀ ਸੀ ਇਹਨਾਂ ਲੋਕਾਂ ਦੀ, ਤੇ ਇਹਨਾਂ ਨੇ ਕਲਗੀ ਵਾਲੇ ਪਾਤਸ਼ਾਹ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਸਾਹਿਬ ਜੀ ਨੇ ਆਵਾਜ਼ ਮਾਰੀ ਸੀ ਨਾ, ਤੇ ਇਹਨਾਂ ਚੋਂ ਇੱਕ ਨੇ ਕਿਹਾ ਸੀ, ਕਹਿਣ ਲੱਗਾ, ਤੁਸੀਂ ਕਿਹਨਾਂ ਨੂੰ ਖਾਲਸੇ ਬਣਾਉਣਾ ਚਾਹੁੰਦੇ ਹੋ? ਸ਼ਾਇਦ ਤੁਹਾਨੂੰ ਪਤਾ ਨਹੀਂ, ਉਹ ਤੇ ਸ਼ੇਰਾਂ ਦੀ ਨਿਆਈ ਨੇ, ਮੁਗਲ ਤੇ ਸ਼ੇਰਾਂ ਦੀ ਨਿਆਈ ਨੇ, ਤੇ ਇਹ ਭੇਡਾਂ ਉਹਨਾਂ ਦਾ ਕੀ ਮੁਕਾਬਲਾ ਕਰਨਗੇ? ਜਦੋਂ ਸ਼ੇਰ ਦਹਾੜਦਾ ਨਾ ਤੇ ਭੇਡਾਂ ਨੂੰ ਤੇ ਜਾਂਦਿਆਂ ਰਾਹ ਨਹੀਂ ਲੱਭਦਾ। ਇੱਕ ਹੋਰ ਉੱਠਿਆ, ਉਹਨੇ ਕਿਹਾ, ਉਹ ਤੇ ਹਵੇਲੀਆਂ ਦੇ ਮਾਲਕ ਨੇ, ਤੇ ਇਹਨਾਂ ਦੇ ਕੋਲ ਤੇ ਸਿਰ ਢੱਕਣ ਲਈ ਛੱਤ ਕੋਈ ਨਹੀਂ, 2 ਵਕਤ ਦੀ ਰੋਟੀ ਨਹੀਂ, ਇਹ ਕੀ ਮੁਕਾਬਲਾ ਕਰਨਗੇ? ਇੱਕ ਨੇ ਹੋਰ ਉੱਠ ਕੇ ਕਿਹਾ, ਕਹਿਣ ਲੱਗੇ, ਮਹਾਰਾਜ ਸ਼ਾਇਦ ਤੁਹਾਨੂੰ ਪਤਾ ਨਹੀਂ, ਜਦੋਂ ਬਾਜ ਨਿਕਲਦਾ ਨਾ ਤੇ ਚਿੜੀਆਂ ਦੇ ਉੱਪਰੋਂ ਲੰਘ ਜਾਏ ਤੇ ਚਿੜੀਆਂ ਸੌਂਦੀਆਂ ਜਾਂਦੀਆਂ ਨੇ, ਉਹ ਬਾਜਾਂ ਦੀ ਨਿਆਈ ਨੇ, ਇਹ ਚਿੜੀਆਂ ਇਹ ਕੀ ਮੁਕਾਬਲਾ ਕਰਨਗੀਆਂ? ਤੇ ਧੰਨ ਕਲਗੀ ਵਾਲੇ ਪਾਤਸ਼ਾਹ, ਉਹਨਾਂ ਨੇ ਬਚਨ ਕਿਹਾ ਸੀ, ਕਹਿਣ ਲੱਗੇ, ਜੇ ਮੇਰੇ ਵਾਹਿਗੁਰੂ ਦੀ ਕਿਰਪਾ ਹੋਈ ਨਾ, ਕਿਤੇ ਵੀ ਸਾਹਿਬ ਜੀ ਨੇ ਇਹ ਨਹੀਂ ਕਿਹਾ ਕਿ ਮੈਂ ਕਰਨਾ, ਨਹੀਂ, ਉਹ ਕਹਿੰਦੇ ਨੇ ਕਿਰਪਾ ਉਹਦੀ ਹੋਣੀ ਹੈ। ਭਈ ਜੀਤ ਮੇਰੀ ਕਿਰਪਾ ਕਾਲ ਕੀ,
ਕਹਿੰਦੇ ਨੇ ਉਹਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੋਣਾ ਹੈ। ਤੇ ਮੇਰੇ ਸਾਹਿਬ ਨੇ ਕਿਹਾ ਸੀ ਜੇ ਉਹਦੀ ਕਿਰਪਾ ਹੋਈ ਨਾ ਤੇ ਜਿਨ੍ਹਾਂ ਨੂੰ ਤੁਸੀਂ ਅੱਜ ਭੇਡਾਂ ਕਹਿੰਦੇ ਹੋ ਮੈਂ ਇਹਨਾਂ ਨੂੰ ਸ਼ੇਰ ਬਣਾ ਦੇਣਾ। ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਨਾ ਚਿੜੀਆਂ, ਇਹਨਾਂ ਨੇ ਵੇਖਿਓ ਇੱਕ ਦਿਨ ਬਾਜਾਂ ਦਾ ਮਾਸ ਨੋਚ ਲੈਣਾ। ਤੇ ਪਾਤਸ਼ਾਹ ਨੇ ਕਿਹਾ ਸੀ पेड़ों को मैं शेर बनाऊं, राठन के संग रंक लड़ाऊं, पूप गरीबन को कहलाऊं, चिड़ियों से मैं बाज तड़ाऊं, 1.25 लाख से एक लड़ाऊं, तबे गोबिंद सिंह नाम कहाऊं। ਕਹਿਣ ਲੱਗੇ ਤੁਸੀਂ ਇੱਕ ਦੀ ਗੱਲ ਕਰਦੇ ਹੋ, ਮੇਰਾ ਤੇ ਇੱਕ ਇੱਕ ਖਾਲਸਾ ਜਿਹੜਾ ਨਾ 1.25 ਲੱਖ ਦੇ ਨਾਲ ਟੱਕਰ ਲਏਗਾ। ਔਰ ਮੇਰੇ ਪਾਤਸ਼ਾਹ ਜੀ ਨੇ ਕੇਵਲ ਆਖਿਆ ਨਹੀਂ, ਕਰਕੇ ਵਿਖਾ ਵੀ ਦਿੱਤਾ। ਪਰ ਮੇਰੇ ਸਾਹਿਬ ਜੀ ਨੇ ਇੱਕ ਬੜੀ ਵੱਡੀ ਸਾਨੂੰ ਪ੍ਰੇਰਣਾ ਦਿੱਤੀ ਹੈ, ਜਿਹੜੀ ਕਿ ਹਰ ਸਿੱਖ ਨੂੰ ਪੱਲੇ ਬੰਨਣੀ ਚਾਹੀਦੀ। ਉਹ ਪ੍ਰੇਰਣਾ ਕੀ ਸੀ ਕਿ ਭਾਵੇਂ ਸਿੱਖਾ ਜਿੰਨਾ ਮਰਜ਼ੀ ਤੇਰੇ ਤੇ ਮੁਸ਼ਕਲ ਦਾ ਸਮਾਂ ਬਣ ਜਾਏ, ਪਰ ਤੂੰ ਗੁਰੂ ਦਾ ਪੱਲਾ ਨਾ ਛੱਡੀ। ਜੇ ਗੁਰੂ ਦਾ ਪੱਲਾ ਛੱਡਿਆ ਤੇ ਤੇਰੀ ਕਿਤੇ ਵੀ ਕਿਸੇ ਸਹਾਇਤਾ ਨਹੀਂ ਕਰਨੀ। ਜਿਸ ਦਿਨ ਸਰਸਾ ਦੇ ਕੰਢੇ ਤੇ ਪਹੁੰਚੇ ਨਾ, ਪਿੱਛੇ ਫੌਜਾਂ ਚੜ ਕੇ ਆ ਰਹੀਆਂ, ਤੇ ਉਸ ਵੇਲੇ ਮੇਰੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲਾ ਜਾਣ ਕੇ ਭਾਈ ਦਇਆ ਸਿੰਘ ਨੂੰ ਕਿਹਾ ਸੀ, ਦਇਆ ਸਿੰਘਾ ਮੈਨੂੰ ਭੁੱਖ ਬੜੀ ਲੱਗੀ। ਹੈਰਾਨ ਹੋ ਗਿਆ ਭਾਈ ਦਇਆ ਸਿੰਘ, ਕਹਿਣ ਲੱਗੇ ਪਾਤਸ਼ਾਹ ਇਸ ਵੇਲੇ ਮੈਂ ਕੀ ਲੈ ਕੇ ਆਵਾਂ ਛਕਣ ਲਈ। ਤੇ ਮੇਰੇ ਸਾਹਿਬ ਨੇ ਕਿਹਾ ਸੀ ਦਇਆ ਸਿੰਘਾ ਮੈਨੂੰ ਭੋਜਨ ਦੀ ਭੁੱਖ ਨਹੀਂ ਲੱਗੀ, ਮੈਨੂੰ ਭਜਨ ਦੀ ਭੁੱਖ ਲੱਗੀ ਹੈ। ਅੰਮ੍ਰਿਤ ਵੇਲਾ ਹੋ ਗਿਆ ਤੇ ਗੁਰੂ ਨਾਨਕ ਨੇ ਕਿਹਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਹੈ ਹੀ ਵਡਿਆਈਆਂ ਦੀ ਵਿਚਾਰ ਕਰਨੀ, ਉਹਦੀ ਸਿਫਤ ਸਲਾਹ ਕਰਨੀ ਹੈ। ਕਹਿਣ ਲੱਗੇ ਪਾਤਸ਼ਾਹ ਪਿੱਛੋਂ ਦੁਸ਼ਮਣ ਚੜ ਕੇ ਆ ਰਿਹਾ। ਤੇ ਉਹਨਾਂ ਨੇ ਕਿਹਾ ਸੀ, ਕਹਿਣ ਲੱਗੇ ਇੱਕ ਗੱਲ ਯਾਦ ਰੱਖਿਓ, ਜੇ ਸਿੱਖ ਦਾ ਅੰਮ੍ਰਿਤ ਵੇਲਾ ਕੋਲੇ, ਦੁਸ਼ਮਣ ਤੁਹਾਡਾ ਕਿਤੇ ਕੁਝ ਨਹੀਂ ਜੇ ਵਿਗਾੜ ਸਕਦਾ। ਪਰ ਜੇ ਸਿੱਖ ਕੋਲੋਂ ਅੰਮ੍ਰਿਤ ਵੇਲਾ ਜਾਂਦਾ ਰਿਹਾ ਨਾ, ਤੇ ਭਾਵੇਂ ਸਰਸਾ ਕੀ ਭਾਵੇਂ ਸਮੁੰਦਰ ਵੀ ਪਾਰ ਕਰ ਜਾਓ ਤਾਂ ਵੀ ਤੁਹਾਨੂੰ ਘੇਰ ਕੇ ਜਿੱਥੇ ਮਰਜ਼ੀ ਖਤਮ ਕਰ ਦੇਣਗੇ। ਔਰ ਮੇਰੇ ਪਾਤਸ਼ਾਹ ਜੀ ਨੇ ਆਪ ਆਸਾ ਦੀ ਵਾਰ ਦਾ ਕੀਰਤਨ ਕੀਤਾ। ਆਪਣੇ ਵੱਡੇ ਸੁਪੁੱਤਰ ਬਾਬਾ ਅਜੀਤ ਸਿੰਘ ਨੂੰ ਤੇ ਭਾਈ ਸਾਹਿਬ ਭਾਈ ਉਦੇ ਸਿੰਘ ਨੂੰ ਕਿਹਾ ਸੀ ਕਿ ਤੁਸੀਂ ਦੁਸ਼ਮਣ ਨੂੰ ਰੋਕ ਕੇ ਰੱਖਣਾ ਹੈ। ਉਹਨਾਂ ਨੇ ਮੁਕਾਬਲਾ ਕੀਤਾ, ਪਰ ਇਧਰ ਆਸਾ ਦੀ ਵਾਰ ਦਾ ਕੀਰਤਨ ਚੱਲਦਾ ਰਿਹਾ। ਗੁਰੂ ਸਵਾਰਿਓ, ਸਰਸਾ ਪੂਰੇ ਜੋ ਬੰਤੇ ਹੈ, ਹੁਣ ਸਰਸਾ ਨੂੰ ਪਾਰ ਕਰਨਾ ਹੈ। ਪਿੱਛੇ ਦੁਸ਼ਮਣ ਹੈ, ਅੱਗੇ ਸਰਸਾ ਦਾ ਪਾਣੀ ਚੜਿਆ ਹੋਇਆ, ਪਰ ਸਰਸਾ ਦੇ ਪਾਣੀ ਨੇ ਮੇਰੇ ਕਲਗੀ ਵਾਲੇ ਪਾਤਸ਼ਾਹ ਜੀ ਦੇ ਪਰਿਵਾਰ ਨੂੰ 3 ਹਿੱਸਿਆਂ ਵਿੱਚ ਵੰਡ ਦਿੱਤਾ। ਮਾਤਾ ਗੁਜਰ ਕੌਰ ਔਰ ਛੋਟੇ ਸਾਹਿਬਜ਼ਾਦੇ ਇੱਕ ਪਾਸੇ ਚਲੇ ਗਏ। ਗੁਰੂ ਕੇ ਮਹਿਲ ਜਿਨ੍ਹਾਂ ਨੂੰ ਲੈ ਕੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਿੱਲੀ ਵਾਲੇ ਪਾਸੇ ਚਲੇ ਗਏ, ਕਿਉਂਕਿ ਭਾਈ ਸਾਹਿਬ ਮਨੀ ਸਿੰਘ ਜੀ ਦਾ ਦਿੱਲੀ ਸਹੁਰਾ ਪਰਿਵਾਰ ਸੀ। ਮੈਂ ਬੇਨਤੀ ਕਰਾਂ, ਭਾਈ ਲੱਖੀ ਸ਼ਾਹ ਵਣਜਾਰਾ ਜਿਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਧੜ ਦਾ ਸੰਸਕਾਰ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ ਸੀ ਨਾ, ਉਹ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਸਹੁਰਾ ਸਾਹਿਬ ਸਨ। ਉਹਨਾਂ ਦੀ ਬੱਚੀ ਸੀਤੋ ਬਾਈ ਭਾਈ ਮਨੀ ਸਿੰਘ ਜੀ ਨਾਲ ਵਿਆਹੀ ਹੋਈ ਸੀ। ਅੱਜ ਜਿੱਥੇ ਗੁਰਦੁਆਰਾ ਰਕਾਬਗੰਜ ਹੈ, ਇਹ ਕਦੇ ਭਾਈ ਲੱਖੀ ਸ਼ਾਹ ਵਣਜਾਰੇ ਦਾ ਘਰ ਸੀ। ਇਹ ਗੁਰੂ ਕੇ ਮਹਿਲਾਂ ਨੂੰ ਲੈ ਕੇ ਉਸ ਪਾਸੇ ਚਲੇ ਗਏ ਤੇ ਕੁਝ ਗਿਣਤੀ ਦੇ ਸਿੰਘ, ਔਰ ਇੱਥੋਂ ਤੱਕ ਕਿ ਬੜਾ ਵੱਡਾ ਖਜ਼ਾਨਾ ਧਾਰਮਿਕ ਲਿਟਰੇਚਰ ਔਰ ਉਹ ਗ੍ਰੰਥ ਵਿਦਿਆ ਸਾਗਰ ਜਿਹਦਾ ਦੱਸਦੇ ਨੇ ਕਿ ਭਾਰੀ 9 ਮਣ ਸੀ, ਉਹ ਵੀ ਸਰਸਾ ਦੇ ਪਾਣੀ ਵਿੱਚ ਵਹਿ ਗਿਆ। ਕੁਝ ਗਿਣਤੀ ਦੇ ਸਿੰਘ ਜਿਨ੍ਹਾਂ ਦੀ ਗਿਣਤੀ ਇਤਿਹਾਸ ਨੇ 40 ਕੁ ਦੱਸੀ ਹੈ, ਇਹ ਨਾਲ ਨੇ ਤੇ ਸਰਸਾ ਨੂੰ ਪਾਰ ਕਰਕੇ ਚਮਕੌਰ ਵੱਲ ਰੁਖ ਕੀਤਾ। ਇੱਥੇ 2 ਭਰਾ ਭਾਈ ਗਰੀਬੂ ਤੇ ਭਾਈ ਬੁੱਧੀ ਚੰਦ ਰਾਵਤ। ਭਾਈ ਬੁੱਧੀ ਚੰਦ ਨੇ ਹੱਥ ਜੋੜ ਕੇ ਕਿਹਾ, ਕਲਗੀ ਵਾਲੇ ਪਾਤਸ਼ਾਹ ਸਾਡੇ ਕੋਲ ਹੋਰ ਕੁਝ ਨਹੀਂ ਤੁਹਾਨੂੰ ਦੇਣ ਵਾਸਤੇ, ਪਰ ਮੇਰੇ ਦਾਤਿਆ ਤੁਸੀਂ ਸਾਡੇ ਲਈ ਸਭ ਕੁਝ ਦਾਅ ਤੇ ਲਾ ਦਿੱਤਾ ਹੈ। ਪਾਤਸ਼ਾਹ ਇੱਕ ਮੇਰੇ ਕੋਲ ਕੱਚੀ ਹਵੇਲੀ ਹੈ,
तुसी इस हवेली दे विच टिकाणा करो। मेरे पातशाह जी ने क्या ठीक है, क्योंकि जे दुश्मन का टाकरा भी करना है तो फिर कोई ना कोई आसरा तो चाहिए। मेरे पातशाह जी उस कच्ची गड़ी कोल गए ते मेरे साहब जी ने अपने तीर दे नाल उस कच्ची गड़ी दी मिट्टी नूं लैके अपने हत्थां दीयां तलियां विच मसलिया ते हवा विच उड़ा दिता। मुस्कुरा पे। भाई दया सिंह हैरान होके पुछदे ने, पातशाह ये की कौतक है, तुसी मिट्टी हत्थां विच लई ते हवा विच उड़ा दिती। मेरे साहब ने कहा सी, दया सिंघा अज इनू कच्ची गड़ी कहंदे ने, पर अज इहदा वाह पक्किया नाल पै गया। सजना वेखिए दुनिया तक पक्की रहेगी। जिन्नी देर तक दुनिया रहेगी ये गड़ी भी रहेगी। और इस दी ये मिट्टी जिहड़ी अज मैं हवा विच उड़ाई है, कदे गुरु कीयां संगतां आउणगियां और इस मिट्टी नूं अपने मस्तक नाल लाया करनगियां। गुरु सवारियो, कईयां दिनां दे भुखण भाणे ते अज कुछ रुखा मिस्सा छकण वास्ते मिलिया। रात नूं आसन लाए गए, पर इस तो पहला मेरे साहब जी ना एक गल कहंदे ने भाई दया सिंह। कहने लगे, भाई दया सिंह जिस खित्ते में हम कहते थे जाना ये वही है। कल जिस जगह बच्चों को कटाना ये वही है। कल लुट के जिस जगह से जाना ये वही है। मिट्टी कह देती है ठिकाना ये वही है। कहंदे ने ओही थां है जिथे मैं अपने लखते जिगर शहीद करवाने ने। ਸਿੰਘਾਂ ने कलगी वाले पातशाह का आसन लाया, नाल साहिबजादियां दा आसन लाया ते बचे खुचे कुछ कपड़े जिहड़े सन वो आप विछा के ते आराम करन लई लेट गए। जोगी अला यार खां लिखदे ने, वो कहंदे ने कुछ लेट गए जमी पे जी पोश विछा कर। जी पोश कहंदे ने जिहड़ा घोड़े दी काठी ते थल्ले कपड़ा हुंदा ना, उहनूं कहंदे ने जी पोश। कुछ लेट गए जमी पे जी पोश बिछाकर, पहरा लगे देने कुछ तलवार उठाकर। गोविंद भी शाबाश हुए खेमे में जाकर, देखा तो वहां बैठे हैं गर्दन को झुकाकर। कहंदे ने कलगी वाले पातशाह जिथे आसन लाया सी ना उत्थे बैठे ने, पर मेरे कलगी वाले पातशाह नूं अज नींद नहीं आ रही। दो कारण हुंदे ने नींद ना आउण दे, जां ते बंदा कोई चिंता विच होवे ते तां नींद नहीं आउंदी, जां फिर चिंतन विच होवे ते तां नींद नहीं आउंदी। पर की कलगी वाले पातशाह चिंता विच ने? नहीं, उस मालिक दे चिंतन विच जुड़े। दो भरा सन भाई मदन सिंह ते भाई काठा सिंह, जिन्हां ने हाथ जोड़ के कहा, पातशाह अज दी रात पहरे दी सेवा सानू दे दिओ, असी जाग के पहरा देंगे, बाकी सिंह सारे आराम कर। पातशाह ने कहा ठीक है, पर जोगी अला यार खां कहंदे ने जब 1.5 घड़ी कहंदे ने कि तू ही तू मुख से था निकलता, वाहिगुरु वाहिगुरु मुख से था निकलता। जब 1.5 घड़ी रात गुजरी जिक्रे खुदा में, उस मालिक दा चिंतन कर दिया। जब 1.5 घड़ी रात गुजरी जिक्रे खुदा में, खेमे से निकल आई सरकार हवा में। कदमों से टहलते थे दिल था दुआ में, कहते थे ऐ खुदा मैं खुश हूं तेरी रजा में। कहते थे करतार से गोया रूबरू होकर, कल जाऊंगा चमकौर से मैं सुरखरू होकर। कहंदे ने पहले बाप को कटाया, अब मैं बेटों को कटाऊंगा, नानक का बाग खूने जिगर से खिलाऊंगा। कहंदे ने जिहड़ा मेरे गुरु नानक ने सिੱਖੀ ਦਾ ਬਾਗ ਲਾਇਆ ना, मैं अपने जिगर दा खून पा के इस बाग नूं हरिया भरिया रखना, मैं इनू कदे सुक्कण नहीं देना। यही कारण है खालसा जी तुहानू मिटाण वाले बड़े आए, सिरां दे मुੱਲ पैंदे रहे, बड़ा यतन किया मिटाण दा, पर क्यों नहीं कोई मिटा सकिया? क्योंकि सिੱਖੀ दियां बूटियां कदे भी नहीं सुकना। पुछया कारण की है? कहंदे ने इन्हां दियां जड़ां चों दशमेश जी दे पुत्रां दा लहू कदे नहीं मुकना।
ਜਿਹੜਾ ਕਲਗੀ ਵਾਲੇ ਪਾਤਸ਼ਾਹ ਨੇ ਲਹੂ ਪਾਇਆ, ਖੂਨ ਪਾਇਆ, ਉਹਨੇ ਇਸ ਬਾਗ ਨੂੰ ਹਰਾ ਭਰਾ ਰੱਖਣਾ, ਕਦੇ ਮੁੱਕ ਨਹੀਂ ਸਕਦਾ, ਕਦੇ ਮਿਟ ਨਹੀਂ ਸਕਦਾ। ਤੋ ਕਲਗੀ ਵਾਲੇ ਪਾਤਸ਼ਾਹ ਇੱਕ ਗੱਲ ਕਹੀ ਜਾ ਕੇ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ, ਕਹਿਣ ਲੱਗੇ ਗੁਰੂ ਕੇ ਸਿੱਖੋ, ਮੈਂ ਅੱਜ ਤੱਕ ਤੁਹਾਡੇ ਕੋਲੋਂ ਕਦੇ ਕੁਝ ਨਹੀਂ ਮੰਗਿਆ, ਪਰ ਮੈਂ ਇੱਕ ਚੀਜ਼ ਅੱਜ ਮੰਗਣ ਲੱਗਾ। ਕੰਬ ਗਏ, ਕਹਿੰਦੇ ਪਾਤਸ਼ਾਹ ਅਸੀਂ ਤੁਹਾਨੂੰ ਕੀ ਦੇ ਸਕਨੇ ਆ? ਉਹਨਾਂ ਕਿਹਾ ਸੀ ਬੇਟਾ ਮਦਨ ਸਿੰਘ, ਬੇਟਾ ਕਾਠਾ ਸਿੰਘ, ਮੈਂ ਹੋਰ ਕੁਝ ਨਹੀਂ ਮੰਗਣਾ, ਬਸ ਇੱਕ ਕੰਮ ਕਰੋ, ਅੱਜ ਦੀ ਰਾਤ ਆ ਪਹਿਰੇ ਦੀ ਸੇਵਾ ਵੀ ਤੁਸੀਂ ਮੈਨੂੰ ਦੇ ਦਿਓ। ਕਹਿਣ ਲੱਗੇ ਪਹਿਰੇ ਦੀ ਸੇਵਾ ਮੈਨੂੰ ਦਿਓ, ਸੇਵਾ ਮੈਂ ਕਰਾਂਗਾ, ਤੁਸੀਂ ਆਰਾਮ ਕਰੋ। ਉਹਨਾਂ ਕਿਹਾ ਨਹੀਂ ਪਾਤਸ਼ਾਹ, ਤੁਸੀਂ ਕੱਲ ਸੇਵਾ ਕਰ ਲੈਣੀ, ਅੱਜ ਸਾਨੂੰ ਕਰਨ ਦਿਓ। ਤੇ ਸਾਹਿਬ ਨੇ ਕਿਹਾ ਸੀ ਪੁੱਤਰ ਕੱਲ ਕਿਹੜਾ ਕਿੰਨੇ ਵੇਖਿਆ ਆਉਣਾ ਕਿ ਨਹੀਂ ਆਉਣਾ, ਪਤਾ ਨਹੀਂ ਕੱਲ ਕਿਸ ਤਰ੍ਹਾਂ ਦਾ ਸਮਾਂ ਆਉਣਾ ਹੈ। ਇਸ ਕਰਕੇ ਵੇਖੋ ਕਲਗੀ ਵਾਲੇ ਪਾਤਸ਼ਾਹ ਨੇ ਆਪ ਪਹਿਰੇ ਤੇ ਸੇਵਾ ਕਰਦੇ ਰਹੇ ਰਾਤ। ਔਰ ਜੋਗੀ ਅਲਾ ਯਾਰ ਖਾਂ ਕਹਿੰਦੇ ਨੇ, ਉਹ ਕਹਿੰਦੇ ਨੇ ਸਾਫੇ ਕਬੀ ਸਿੰਘੋਂ ਕੇ ਉਠਾਤੇ ਥੇ ਜ਼ਮੀਨ ਸੇ, ਜਿਹੜੇ ਕਈਆਂ ਦਿਨਾਂ ਦੇ ਅਨੀਂਦਰੇ ਸੰਨਾ ਸੁੱਤੇ, ਕਿਸੇ ਦਾ ਸਾਫਾ ਢਿੱਲਾ ਹੋ ਗਿਆ, ਕਿਸੇ ਦਾ ਦਸਤਾਰ ਢਿੱਲੀ ਹੋ ਗਈ, ਉਹਨਾਂ ਨੂੰ ਆਪ ਠੀਕ ਕਰਦੇ ਨੇ। ਵਾਲ ਕਿਸਕੇ ਝਾੜੇ ਲੀ ਖਾਕ ਕਿਸਕੀ ਜਬੀਨ ਸੇ, ਕਿਸੇ ਦੇ ਕੇਸ ਪੈ ਝਾੜਦੇ ਨੇ, ਕਿਸੇ ਦੀ ਧੂੜੀ ਲੈ ਕੇ ਤੇ ਮਸਤਕ ਨੂੰ ਪੈ ਲਾਉਂਦੇ ਨੇ। ਵਾਹ ਕਲਗੀ ਵਾਲੇ ਪਾਤਸ਼ਾਹ, ਕਿੰਨਾ ਕੁ ਪਿਆਰ ਹੈ। और कहते ने चूमा कभी हलकूम कभी दाहन चूमने बैठे, जब गुरु जी 35 आए तो चरण चूमने बैठे। वाह किन्ना कु प्यार है अपने खालसे दे नाल। गुरु गोबिंद सिंह महाराज जी दा कदे किसे दा मस्तक चुमदे ने, कदे किसे नू गले लांदे ने। इत्थे ही बस नहीं, जोगी अला यार खां कहंदे ने जदों पैरां वाले पासे आए ते उन्हां ने अपने खालसियां दे चरनां नू भी चुम लिया। गुरु सवारियो 22 दसंबर का दिन चढ़िया, अज अदुੱਤੀ जंग शुरू होनी है। अमृत वेला होया, अमृत वेले दे दीवान सजे। उस तो बाद एक एलची आया, एलची ने आके सुनेहा दिता कि चंगा होवे तुसी शस्त्र सुट दिओ, ते जे तुसी शस्त्र ना सुटे ते उन्हें बड़े गैर वाजिब जिहे शब्द भी वरते सिंघां वास्ते। ते बाबा अजीत सिंह रोह विच आ गए, कहन लगे तू एक एलची बन के साडे घर आया, इस करके तेनू जान देने आ, पर जे किते तू मैदाने जंग विच मैनू मिल गया ते फिर तेनू दसांगे कि खालसा किवें दो हथ करदा है। इन्हां ने सोचा कि मुट्ठी भर सिंह ने, इन्हां ने नार सिंह आया, नार खान आया, इन्हें आके ते पौड़ी लाई। ये जिहड़ा नवाब मलेरकोटले वाला सी ना, उहदा भरा सी। इन्हें आके पौड़ी लाई कि मैं वेखां किन्ने कु ने। एडा मलखईया है, एक पासे 10 लाख का मलखईया कि इन्हां नूं ते मिंटां दे विच ही साम लैणा। कहंदे ने पौड़ी ला के जदों उपर आया ते कलगी वाले पातशाह ने पत्थे चो तीर कढ़िया, कमान दी तंदी ते चाड़िया, इहदी खोपड़ी नजर आई। उस तो बाद जदों थोड़ियां जिहियां अखां उपर आईयां ते मेरे साहब जी ने दो अखां दे विचकार तीर मार के परो के धरती ते सुट दिता। फिर गनी खां आया, इहदे सिर विच भी गुरज मार के इहनूं थल्ले सुटिया। ते जिहड़ा बड़ा हंकारी सी ना, ख्वाजा महमूद ये आया, ये अपने आप को बड़ा बलशाली समझदा सी। ये ललकारे मारदा होया आया ते मेरे कलगी वाले पातशाह ने जदों वेख्या ते कलगी वाले पातशाह दी ताब ना चल सकिया और ये दीवार दे ओले अपना आपा बचा के लुकदा होया दौड़ गया। ते कलगी वाले पातशाह ने अपने पुत्रां दी शहादत दा किते अफसोस नहीं जे कीता, पर एदा अफसोस भी कीता है। मेरे पातशाह कहंदे ने मैनूं अफसोस है जदों औरंगजेब नूं चिट्ठी लिखदे ने ना,
ਉਹਦੇ ਚ ਕਹਿੰਦੇ ਨੇ ਮੈਨੂੰ ਇੱਕ ਚੀਜ਼ ਦਾ ਅਫਸੋਸ ਹੈ। ਉਹ ਅਫਸੋਸ ਕੀ ਹੈ? ਕਹਿੰਦੇ ਨੇ ਦਰੇਗਾ ਅਜ਼ਰੂਏ ਅਦੀਦ ਮੈਂ ਕਿ ਬਾਇਕ ਤੀਰ ਲਾਚਾਰ ਬਖਸ਼ੀਦ ਮੈਂ। ਕਹਿੰਦੇ ਨੇ ਮੈਨੂੰ ਅਫਸੋਸ ਇਸ ਗੱਲ ਦਾ ਕਿ ਮੇਰੇ ਕੋਲੋਂ ਲੁਕ ਕੇ ਬਚ ਕੇ ਭੱਜ ਕਿਵੇਂ ਗਿਆ। ਜੇ ਕਿਤੇ ਮੇਰੇ ਸਾਹਮਣੇ ਆ ਜਾਂਦਾ ਤੇ ਇੱਕ ਤੀਰ ਮੈਂ ਇਹਨੂੰ ਵੀ ਬਖਸ਼ ਦੇਣਾ ਸੀ। ਗੁਰੂ ਸਵਾਰਿਓ, ਇੱਕ ਪਾਸੇ ਟਿੱਡੀ ਦਲ 10 ਲੱਖ ਦਾ ਤੇ ਗਿਣਤੀ ਦੇ 40 ਸਿੰਘ ਨੇ ਤੇ ਮੇਰੇ ਪਾਤਸ਼ਾਹ ਜੀ ਨੇ ਨਾ ਉੱਥੇ ਫਿਰ ਕਹਿੰਦੇ ਨੇ 8-8 ਸਿੰਘਾਂ ਦਾ ਜਥਾ ਬਣਾਇਆ। ਕਈਆਂ ਨੇ 5 ਵੀ ਲਿਖਿਆ, ਪਰ ਕਈਆਂ ਨੇ ਕਿ 8-8 ਸਿੰਘਾਂ ਦਾ ਜਥਾ ਬਣਾਇਆ। ਹੁਣ 8 ਦਾ ਕਿਉਂ ਬਣਾਇਆ? ਕਿਉਂਕਿ ਜਦੋਂ ਤੁਸੀਂ 10 ਲੱਖ ਨੂੰ 8 ਤੇ ਡਿਵਾਈਡ ਕਰੋਗੇ ਨਾ, ਇੱਕ ਦੇ ਹਿੱਸੇ 1.25 ਲੱਖ ਆਏਗਾ। ਐਵੇਂ ਨਹੀਂ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ ਕਿ 1.25 ਲੱਖ ਸੇ ਇੱਕ ਲੜਾऊं ਤਬੇ ਗੋਬਿੰਦ ਸਿੰਘ ਨਾਮ ਕਹਾਂ। ਭਾਈ ਸਾਹਿਬ ਭਾਈ ਹਿੰਮਤ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਜਿਸ ਜਗ੍ਹਾ ਤੇ ਤੁਹਾਡੇ ਚਰਨ ਪੈ ਗਏ ਨੇ ਨਾ, ਇਹ ਮੇਰੇ ਗੁਰੂ ਦਾ ਘਰ ਹੈ ਤੇ ਅਸੀਂ ਨਹੀਂ ਚਾਹੁੰਦੇ ਕਿ ਗੁਰੂ ਦੇ ਘਰ ਤੇ ਕੋਈ ਹਮਲਾਵਰ ਬਣ ਕੇ ਆਏ। ਜੇ ਹਮਲਾ ਕਰਨਾ ਤੇ ਪਾਤਸ਼ਾਹ ਅਸੀਂ ਕਰਾਂਗੇ। ਔਰ ਗੁਰੂ ਕੇ ਸਿੰਘਾਂ ਨੇ ਹਮਲਾ ਕੀਤਾ, ਜਕਾਰੇ ਗਜਾਏ, ਦੁਸ਼ਮਣ ਦੇ ਆਹੂ ਲਾਂਦੇ ਹੋਏ ਮੈਦਾਨੇ ਜੰਗ ਵਿੱਚ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਇਹ ਜਥਾ ਸ਼ਹੀਦ ਹੋ ਗਿਆ। ਇਸ ਤੋਂ ਬਾਅਦ ਦੂਸਰਾ ਜਥਾ ਤੁਰਿਆ, ਦੂਸਰਾ ਜਥਾ ਵੀ ਸ਼ਹਾਦਤ ਦਾ ਜਾਮ ਪੀ ਗਿਆ। ਜਦੋਂ ਤੀਜਾ ਜਥਾ ਤੁਰਨ ਲੱਗਾ ਤੇ ਉਸ ਵੇਲੇ ਭਾਈ ਸਾਹਿਬ ਭਾਈ ਦਇਆ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਲਗੀ ਵਾਲੇ ਪਾਤਸ਼ਾਹ ਨੂੰ, ਮਹਾਰਾਜ ਕਿਰਪਾ ਕਰੋ, ਤੁਸੀਂ ਆਪਣੇ ਦੋਵੇਂ ਪੁੱਤਰਾਂ ਨੂੰ ਲੈ ਕੇ ਇੱਥੋਂ ਚਲੇ ਜਾਓ। ਮੇਰੇ ਕਲਗੀ ਵਾਲੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗੇ, ਦਇਆ ਸਿੰਘਾ ਇਹ ਗੱਲ ਅੱਜ ਕਹੀ ਆ, ਦੁਬਾਰਾ ਨਾ ਕਹੀਂ। ਮੈਂ ਕਦੇ ਆਪਣੇ ਪੁੱਤਰਾਂ ਵਿੱਚ ਤੇ ਆਪਣੇ ਸਿੰਘਾਂ ਵਿੱਚ ਫਰਕ ਨਹੀਂ ਸਮਝਿਆ। ਮੇਰੇ ਸਾਰੇ ਹੀ ਪੁੱਤਰ ਨੇ। ਨਹੀਂ ਪਾਤਸ਼ਾਹ, ਇੰਨੇ ਚਿਰ ਨੂੰ ਬਾਬਾ ਅਜੀਤ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਮੈਨੂੰ ਵੀ ਮੈਦਾਨੇ ਜੰਗ ਵਿੱਚ ਜੂਝਣ ਦੀ ਇਜਾਜ਼ਤ ਦਿੱਤੀ ਜਾਏ। ਕਲਗੀ ਵਾਲੇ ਪਾਤਸ਼ਾਹ ਨੇ ਘੁੱਟ ਕੇ ਛਾਤੀ ਨਾਲ ਲਾਇਆ, ਕਹਿਣ ਲੱਗੇ, ਬੇਟਾ ਜਿਸ ਦਿਨ ਮੈਂ ਭੰਗਾਣੀ ਦਾ ਜੰਗ ਜਿੱਤ ਕੇ ਆਇਆ ਸੀ, ਉਸ ਦਿਨ ਤੇਰਾ ਜਨਮ ਹੋਇਆ ਤੇ ਤੇਰਾ ਨਾਮ ਰੱਖਿਆ ਸੀ ਅਜੀਤ ਸਿੰਘ। ਤੇ ਮੈਂ ਚਾਹਨਾ ਤੂੰ ਮੈਦਾਨੇ ਜੰਗ ਵਿੱਚ ਜੂਝੇ, ਪਰ ਵੇਖੀ ਤੈਨੂੰ ਕੋਈ ਜਿੱਤ ਕੇ ਨਾ ਚਲਾ ਜਾਏ। ਬਾਬਾ ਅਜੀਤ ਸਿੰਘ ਨੇ ਕਿਹਾ ਸੀ, ਕਹਿਣ ਲੱਗੇ, ਨਾਮ ਕਾ ਅਜੀਤ ਹੂੰ, जीता ना जाऊंगा, जीता तो खैर लौट के जीता ना आऊंगा। जित लेना की हुंदा, किसी नूं ईण मना लैणी, इहनूं कहंदे ने इहदे ते जित प्राप्त कीती है। पर कहण लगे, जे मेरे ते कोई जित प्राप्त करन भी लगा तो मैं शहादत दा जाम पी जावांगा, पर मैं जीउंदे जी वापस नहीं आवांगा। मेरे कलगी वाले पातशाह जी ने अपने सपुत्र नूं 18 साल दी उम्र सी अपने हथी तैयार करके तोरिया। और जदों अपने पुत्र नूं तोरिया, नाल सिंघां दा जथा गया ते बाबा अजीत सिंह ने दरवाजा खोलदियां जकारे गजाए। उत्तों ममटी तो कलगी वाले पातशाह ने भी जकारे गजाए ते इधर दुश्मन विच अफड़ा दफड़ी मच गई कि आ कलगी वाले पातशाह दा वड्डा सपुत्र है, वेखियो ये किते बच के ना जाए। ते बाबा अजीत सिंह ने तीरां दा मींह वरा दिता दुश्मनां ते। इत्थे ही बस नहीं, जदों तीर खत्म हो गए फिर बाबा अजीत सिंह जी ने अपना नेजा संभालिया ते नेजे दे नाल दुश्मनां दे आऊ लांदे होए चले गए। कहंदे ने एक तुरक दे नेजा मारिया, लोहे दी संजो सी, नेजा अंदर रह गया ते टुट गया, केवल हथ विच सोटा रह गया। फिर कृपान संभाली, कृपान दे नाल दुश्मन दे आऊ लाए। इत्थे ही बस नहीं, फिर जदों कृपान भी टुट गई ते इक्को दम दुश्मन दे कई वार बाबा अजीत सिंह जी ते होए। और उत्थे बाबा अजीत सिंह ने शहादत दा जाम पीता। वेख्या कि मेरा पुत्र शहादत दा जाम पी गया। मेरे कलगी वाले पातशाह ममटी ते बैठे जकारे गजांदे ने और रसना ते बोल सन। कहन लगे, जिसकी वस्त ते सागे रख है, प्रभ की आज्ञा माने मत है, उसते चौगुण करे निहाल, नानक साहिब सदा दयाल।
ਇੰਨੇ ਚਿਰ ਨੂੰ ਬਾਬਾ ਜੁਝਾਰ ਸਿੰਘ ਆਏ, ਹੱਥ ਜੋੜ ਕੇ 14 ਸਾਲ ਦੀ ਉਮਰ ਹੈ, ਤੇ ਬੇਨਤੀ ਕੀਤੀ, ਪਾਤਸ਼ਾਹ ਮੈਨੂੰ ਵੀ ਮੈਦਾਨੇ ਜੰਗ ਵਿੱਚ ਜੂਝਣ ਦੀ ਇਜਾਜ਼ਤ ਦਿੱਤੀ ਜਾਏ। कहने लगे, भाई से बिछड़ कर मुझे जीना नहीं आता, सोना नहीं, खाना नहीं, पीना नहीं भाता। ते कलगी वाले पातशाह कहने लगे, पुत्र तेरी उम्र बड़ी छोटी है, तेनू लड़ना नहीं आउंदा। ते बाबा जुझार सिंह ने कहा, पातशाह की होया, मैनू लड़ना नहीं आउंदा, मैनू मरना ते आउंदा, मैं शहादत दा जाम पीआंगा। उस वेले मेरे कलगी वाले पातशाह जी ने, वेखो ਇਹ ਕੋਈ ਇਹ ਨਹੀਂ ਹੈ ਕਿ ਪੁੱਤਰ ਨੂੰ ਕਿਤੇ ਵਿਦੇਸ਼ ਵਿੱਚ ਭੇਜਣ ਲੱਗੇ ਨੇ ਕਮਾਈ ਕਰਨ ਲਈ, ਨਹੀਂ, ਮੈਦਾਨੇ ਜੰਗ ਵਿੱਚ ਸਾਹਮਣੇ ਮੌਤ ਹੈ। ਤੇ ਮੇਰੇ ਪਾਤਸ਼ਾਹ ਜੀ ਆਪ ਤਿਆਰ ਕਰਦੇ ਨੇ, ਕਹਿੰਦੇ ਨੇ, ਆਓ ਤਨੇ ਪਾਕ ਪੇ ਹਥਿਆਰ ਸਜਾ ਦੇ, नन्ही सी कमा छोटी सी तलवार सजा दें, हम देते हैं तुम्हें खंजर, इसे शमशीर समझना, तेगों की जगह नाना दादा का तुम तीर समझना, जितने भी मरे इससे उन्हें बेपीर समझना, जख्म आए तो रोना नहीं दलगीर समझना। कहने लगे, तीर कलेजे में लगे तो सी नहीं करना, उफ मेरी जान मुंह से कभी नहीं उचरना। कहते ने जे तेरे कलेजे च तीर वजे ना ते तेरे मुंह सी नहीं निकलनी चाहिए। और मेरे कलगी वाले पातशाह आप तैयार करके तो कहते ने कि लो जाओ सुधारो, तुम्हें करतार को सौंपा, मर जाओ या मारो, तुम्हें करतार को सौंपा, रब को नाम सिखी को उभारो, तुम्हें करतार को सौंपा, रब को नाम विसारो, तुम्हें करतार को सौंपा। वाहिगुरु अब मैदाने जंग में मैदाने जंग में हिम्मत तुम्हें बख्शे। कहते ने प्यासे हो जात जामे शहादत तुम्हें बख्शे। कहते ने मेरे पुत्र तेनू शहादत दा जाम मिले। और एक गल होर कह दी, कहने लगे, ख्वाहिश है हम तेग तुम्हें चलाते हुए देखें, हम आंख से बर्छी तुम्हें खाते हुए देखें। कोई है दुनिया ते ऐसा बाप? पुत्र मैं चाहना तू अखा मेरी अखां दे सामने शहीद हो जाए, पर वेखी एक गल याद रखी, तुसी उन्हां दी अंश हो लाल मेरे, जिन्हां मौत नूं खुंगियां पा लईयां, कज्जण वास्ते सतर सतवंतना दे सिर विच तत्तियां रेता पवा लईयां, मन्नी ईन ना धर्म नूं दाग लाया, लखां फट लगे देहियां कूलियां ते, मूंह चों हक दा बिरद पर छड्डिया नहीं, हस हस के लटक गए सूलियां ते। ये बाबा जुझार सिंह ने जवाब दिता, कहन लगे, छेर जुस्से नूं फरक के किया अगों, नवें पिता मैं पूरने पा दियांगा, भारत मां दियां आसां ते सदरां ते चुण चुण अमल दे फुੱਲ चढ़ा दियांगा, चाड़ चाड़ तलवार दी तकड़ी ते मंडी सिरां ते धड़ां दी ला दियांगा, तेरे अमृत सरोवर चों घुट पीता मैं ते खून दे वहण वगा दियांगा। ते गुरु सवारियो भाई दया सिंह नूं क्या कहन लगे, दया सिंघा अज अनोखी जंग शुरू होने लगी है, मेरा पत्था तीरां नाल भर दे। कहन लगे, पातशाह क्यों? कहन लगे, मेरा छोटा पुत्र चला मैदाने जंग विच, मैं चाहना मैं तीरां दी शान दे थल्ले अपने पुत्र नूं तोरना है। और कलगी वाले पातशाह दा लाडला पुत्र जिन्ने दुश्मनां दे आऊ ला दिते, कहंदे ने मैदाने जंग विच जिस पासे नूं भी जांदे सन ते दुश्मन सीधे पैरीं अगे ला के भज जांदा सी। बाबा जुझार सिंह ने जदों मैदाने जंग विच बाबा अजीत सिंह तो भी अगे निकल गए, और इन्ने चिर नूं कहंदे ने कि जिवें गुलाब दे फुੱਲ विच कोई कंडा लंघ जांदा है ना, इसे तरह ही एक तीर आया जिन्हें बाबा जुझार सिंह दी छाती नूं विन दिता। बाबा जुझार सिंह मैदाने जंग विच डिगन लगे ते उस वेले अपना मुंह कलगी वाले पातशाह वल कर लिया कि बापू तुसी क्या सी कि जख्म सीने विच लगना चाहिए, पिछे कंड ते नहीं। पातशाह मैं छाती विच तीर खादा है। और जदों धरती ते डिगे उस वेले कलगी वाले पातशाह ने फिर जकारा गजाया ते रसना ते बोल सन, पराई अमान क्यों रखी है, दिती हूं सुख होए। फिर जकारा गजांदे ते गुरु सवारियो इन्ने चिर नूं फिर सिंघां ने बेनती कीती, कहन लगे, पातशाह हुण असीं पंज तुहानूं हुक्म करन लगे हां। और हुक्म की सी? कहन लगे कि तुसी इस गड़ी नूं छड्ड के चले जाओ। पातशाह तुहाडी एक शोह नाल साडे वर्गे लखां पैदा हो जाणगे, पर मेरे दातिया जे किते भाणे वापर गए
ਤੇ ਸਾਡੇ ਵਰਗੇ ਲੱਖਾਂ ਵੀ ਹੋਣ ਤੇ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਬਣ ਸਕਦਾ। ਇਸ ਕਰਕੇ ਪਾਤਸ਼ਾਹ ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ। ਤੇ ਕਲਗੀ ਵਾਲੇ ਪਾਤਸ਼ਾਹ ਨੇ ਜਦੋਂ ਇਸ ਗੜੀ ਨੂੰ ਛੱਡਿਆ, ਉਸ ਵੇਲੇ ਵੀ ਤਾੜੀ ਮਾਰ ਕੇ ਪੀਰੇ ਹਿੰਦ ਮਿਹਰਬਾਦ ਉੱਚੀ ਆਵਾਜ਼ ਵਿੱਚ ਕਹਿ ਕੇ ਇਸ ਗੜੀ ਨੂੰ ਛੱਡ ਕੇ ਨਿਕਲੇ। ਤੇ ਗੁਰੂ ਸਵਾਰਿਓ ਜਦੋਂ ਤੁਰਨ ਲੱਗੇ ਸਨ ਨਾ, ਉਸ ਵੇਲੇ ਦਾ ਇੱਕ ਸੀਨ ਇੱਕ ਸ਼ਾਇਰ ਨੇ ਬੜਾ ਸੁੰਦਰ ਅੰਕਿਤ ਕੀਤਾ। ਉਹ ਕਹਿੰਦੇ ਨੇ, ਸਤਿਗੁਰ ਗੜੀ ਦੇ ਵਿੱਚੋਂ ਤਿਆਰ ਹੋ ਪਏ, ਵੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ, ਅਰਦਲ ਵਿੱਚ ਲੈ ਕੇ ਦਇਆ ਸਿੰਘ ਤਾਈ, ਮੱਥਾ ਧਰ ਲਿਓ ਨੇ ਮਾਛੀ ਵਾੜੇ ਦੇ ਵੱਲ, ਨਜ਼ਰ ਭਰ ਕੇ ਤੱਕਿਆ ਪਾਤਸ਼ਾਹ ਨੇ, ਜਾਂਦੀ ਵਾਰ ਸ਼ਹੀਦੀ ਅਖਾੜੇ ਦੇ ਵੱਲ, ਲੰਘਣ ਲੱਗੇ ਜੁਝਾਰ ਦੀ ਲਾਸ਼ ਕੋਲੋਂ, ਪੈ ਗਈ ਨਿਗਾਹ ਕੁਰਬਾਨੀ ਦੇ ਲਾੜੇ ਦੇ ਵੱਲ। ਫਿਰ ਪਲ ਭਰ ਵੇਖਿਆ ਪੁੱਤਰ ਦੀ ਲਾਸ਼ ਵੱਲੇ, ਕਿਉਂਕਿ ਅੰਦਰ ਮਮਤਾ ਤੇ ਹੈ ਨਾ, ਪਿਤਾ ਦੀਆਂ ਆਂਦਰਾਂ ਨੇ। ਪਲ ਭਰ ਵੇਖਿਆ ਪੁੱਤਰ ਦੀ ਲਾਸ਼ ਵੱਲੇ, ਪਰ ਉਹ ਮੁਸਕਰਾ ਕੇ ਲੰਘ ਤੁਰਿਆ, ਫਾਈਆਂ ਲਾਂਦੀਆਂ ਆਂਦਰਾਂ ਰਹਿ ਗਈਆਂ, ਪਰ ਉਹ ਪੱਲਾ ਛਡਾ ਕੇ ਲੰਘ ਤੁਰਿਆ। ਭਾਈ ਦਇਆ ਸਿੰਘ ਆਂਦੇ ਨੇ, ਉਹ ਹੱਦ ਹੋ ਗਈ, ਏਡਾ ਨਿਰਮੋਹੀ ਬਾਪ। ਇੱਥੇ ਤੇ ਉਹ ਮਾਪੇ ਸਾਈਂ ਸਾਹ ਜਿਉਂਦੇ ਨੇ ਜਿਨ੍ਹਾਂ ਦੇ ਬੱਚੇ ਆਖੇ ਵੀ ਨਹੀਂ ਲੱਗਦੇ, ਪਰ ਇਹਨਾਂ ਨੇ ਤੇ ਇੱਕ ਇਸ਼ਾਰੇ ਤੇ ਆਪਣਾ ਆਪਾ ਕੁਰਬਾਨ ਕਰ ਦਿੱਤਾ ਹੈ। ਪੁੱਤਰ ਕੁਝ ਮੰਗਦਾ ਤੇ ਨਹੀਂ ਸੀ। ਭਾਈ ਦਇਆ ਸਿੰਘ ਕਹਿੰਦੇ ਨੇ, ਕੀ ਸੀ ਮੋਤੀਆਂ ਵਾਲੇ ਦਾ ਵਿਗੜ ਜਾਂਦਾ, ਹੰਝੂ ਚਾਰ ਜੇ ਫੁੱਲ ਤੇ ਕੇਰ ਦਿੰਦਾ। ਇਹਦੇ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੀ ਹੱਥ ਜੇ ਪਿਆਰ ਦਾ ਫੇਰ ਦਿੰਦਾ। ਕਿਹੜੀ ਮਹਿੰਦੀ ਲੈ ਚੱਲੀ ਸੀ। ਤੇ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਨੇ, ਦਇਆ ਸਿੰਘਾ ਤੂੰ ਰੁਕ ਕਿਉਂ ਗਿਆ? ਇਹ ਤੇ ਆਪਣਾ ਪੰਧ ਮੁਕਾ ਚੁੱਕੇ ਨਹੀਂ, ਸਾਡੀ ਮੰਜ਼ਿਲ ਅਜੇ ਬੜੀ ਦੂਰ ਹੈ। ਐਵੇਂ ਨਹੀਂ ਆਖਿਆ, ਉਹਦੇ ਇੱਕ ਹੱਥ ਬਾਜ, ਉਹਦੇ ਦੂਜੇ ਹੱਥ ਘੋੜਾ, ਉਹਦੀ ਵਾਟ ਬਹੁਤ ਲੰਮੀ, ਉਹਦਾ ਸਮਾਂ ਬੜਾ ਥੋੜਾ। ਬੜੇ ਥੋੜੇ ਸਮੇਂ 'ਚ ਬੜੀ ਲੰਮੀ ਵਾਟ ਤੈਅ ਕਰਨੀ ਕਲਗੀ ਵਾਲੇ। ਇਹ ਤੇ ਆਪਣਾ ਪੰਧ ਮੁਕਾ ਚੁੱਕੇ ਨੇ। ਤੇ ਭਾਈ ਦਇਆ ਸਿੰਘ ਕਹਿੰਦਾ, ਦਾਤਾ ਮੈਂ ਹੋਰ ਕੁਝ ਨਹੀਂ ਪੁੱਛਣਾ, ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਤੁਹਾਡੇ ਤੀਰਾਂ ਦੀ ਮੁਖੀ ਤੇ ਨੋਕ ਤੇ ਸੋਨਾ ਕਿਉਂ ਲੱਗਾ ਹੁੰਦਾ ਸੀ? ਕਹਿਣ ਲੱਗੇ, ਦਇਆ ਸਿੰਘਾ ਮੇਰੇ ਤੀਰ ਨਾਲ ਜੇ ਕੋਈ ਜ਼ਖਮੀ ਹੋ ਜਾ, ਉਹਦੇ ਕੋਲ ਇਲਾਜ ਕਰਾਉਣ ਲਈ ਪੈਸਾ ਨਹੀਂ, ਇਸ ਸੋਨੇ ਨੂੰ ਵੇਚ ਕੇ ਆਪਣਾ ਇਲਾਜ ਕਰਵਾ ਲਵੇ। ਜੇ ਕੋਈ ਸਾਡੇ ਤੀਰ ਨਾਲ ਚਲਾਣਾ ਕਰ ਗਿਆ, ਉਹਦਾ ਕਿਰਿਆ ਕਰਮ ਕਰਨ ਲਈ ਪੈਸਾ ਨਹੀਂ, ਇਸ ਸੋਨੇ ਨੂੰ ਵੇਚ ਕੇ ਉਹਦਾ ਕਿਰਿਆ ਕਰਮ ਕੀਤਾ ਜਾਏ। ਤੇ ਭੁੱਬਾਂ ਨਿਕਲ ਗਈਆਂ ਦਇਆ ਸਿੰਘ ਦੀਆਂ। ਕਹਿਣ ਲੱਗਾ, ਲੋਕਾਂ ਦੇ ਪੁੱਤਰਾਂ ਦੇ ਕਿਰਿਆ ਕਰਮ ਕਰਨ ਲਈ ਤੀਰਾਂ ਨੂੰ ਸੋਨਾ ਲਾ ਲਾ ਕੇ ਦੇਣ ਵਾਲਿਆ, ਤੇਰੇ ਪੁੱਤਰ ਬਿਨਾਂ ਕਫਣਾ ਤੋਂ ਪਏ ਨੇ, ਇਹਨਾਂ ਨੂੰ ਕੌਣ ਟੱਕੇਗਾ? ਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਕਹਿਣ ਲੱਗੇ ਕਿ 2 ਗਜ ਕੱਪੜਾ ਹੀ ਇਸ ਤੇ ਪਾ ਆਵਾਂ, ਮਰਨ ਪਿੱਛੋਂ ਇਹ ਕਫਣ ਹੀ ਲੱਜ ਹੁੰਦਾ। ਤੇ ਸਾਹਿਬ ਕਹਿਣ ਲੱਗੇ, ਅਗਾਂ ਤੁਰ ਤੂੰ ਪਤਾ ਹੀ ਦਇਆ ਸਿੰਘਾ, ਕਫਣ ਸੂਰਮੇ ਵਾਸਤੇ ਬੱਜ ਹੁੰਦਾ ਹੈ। ਜੇਕਰ ਇਹਨਾਂ ਨੂੰ ਕਫਣਾਂ ਦੀ ਲੋੜ ਹੁੰਦੀ, ਮਰਦੇ ਘਰੀ ਇਹ ਪਲੰਘਾਂ ਨਵਾਰੀਆਂ ਤੇ, ਇਹ ਬੇਕਫਣ ਲਾਸ਼ਾਂ ਪਰਦੇ ਪਾਣ ਗਈਆਂ ਭਾਰਤ ਦੀਆਂ ਸਤਵੰਤੀਆਂ ਨਾਰੀਆਂ ਤੇ। ਇਹ ਬੇਕਫਣ ਲਾਸ਼ਾਂ ਪਰਦੇ ਪਾਣ ਗਈਆਂ ਭਾਰਤ ਦੀਆਂ ਸਤਵੰਤੀਆਂ ਨਾਰੀਆਂ ਤੇ। ਕਹਿਣ ਲੱਗੇ, ਦਇਆ ਸਿੰਘਾ ਇੱਕ ਗੱਲ ਹੋਰ ਯਾਦ ਰੱਖੀ। ਦਇਆ ਸਿੰਘ ਨੂੰ ਆਖਿਆ, ਸੱਜਣਾ ਓਏ ਕਿਸੇ ਗੱਲੇ ਨਹੀਂ ਰਾਜੀ ਸੰਸਾਰ ਰਹਿੰਦਾ, ਲੱਤ ਰਹਿ ਨਹੀਂ ਸਕਦੀ 2 ਬੇੜੀ, ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ। ਇੱਕੋ ਗੱਲ ਹੀ ਸੱਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ, ਦੋਹਾਂ ਲਈ ਨਹੀਂ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ, ਜਾਂ ਪੁੱਤਾਂ ਦਾ ਪਿਆਰ ਰਹਿੰਦਾ। ਦੋਹਾਂ ਲਈ ਨਹੀਂ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ। ਪਰ ਅੱਜ ਤੂੰ ਮੈਨੂੰ ਬੜੇ ਮਿਹਣੇ ਦਿੱਤੇ ਨੇ, ਅੱਜ ਤੂੰ ਮੈਨੂੰ ਨਿਰਮੋਹੀ ਵੀ ਆਖਿਆ, ਪਰ ਇਹਨਾਂ ਮਿਹਣਿਆਂ ਵਿੱਚੋਂ ਵੀ ਮੈਨੂੰ ਬਾਣ ਮਿਲਦਾ। ਮੈਨੂੰ ਲੱਖ ਕੋਈ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ, ਪੁੱਤਰ ਹੋਰ ਸਮਝੇ। ਕਹਿਣ ਲੱਗੇ, ਮੈਂ ਇਹ ਨਹੀਂ ਕਿਸੇ ਨੂੰ ਕਹਿਣ ਦੇਣਾ। ਗੁਰੂ ਸਵਾਰਿਓ, ਦੁਨੀਆ ਤੇ ਬੜੇ ਬੜੇ ਆਏ ਨੇ। ਇੱਕ ਅਦੀਬ ਕਹਿੰਦਾ, ਕੋਈ ਕੌਮ ਮੁਹੱਰਮ ਨੂੰ ਮੰਨਦੀ ਏ, ਕੋਈ ਰੋਜ਼ਿਓਂ ਪੂਰਾ ਰਮਜ਼ਾਨ ਕਰਦਾ, ਕੋਈ ਈਸਾ ਜਾਂ ਇਸ਼ਟ ਦਾ ਧਾਰਨੀ ਵੀ ਵੱਡੇ ਦਿਨਾਂ ਦਾ ਮਾਣ ਮਹਾਨ ਕਰਦਾ, ਕੋਈ ਅੱਜ ਦੁਸਹਿਰੇ ਦੇ ਦਿਨ ਉੱਤੇ ਦੂਈ ਦਾ ਬੜਾ ਧਿਆਨ ਕਰਦਾ, ਪਰ ਦਿਨ ਪੋਹ ਦੇ ਸਾਨੂੰ ਵੀ ਭੁੱਲਦੇ ਨਹੀਂ, ਡਿੱਠਾ ਜਦੋਂ ਦਸਮੇਸ਼ ਨੂੰ ਦਾਨ ਕਰਦਾ। ਹੈ ਕੋਈ ਐਸਾ ਪੁੱਤਰਾਂ ਦਾ ਦਾਨੀ? ਕੋਈ ਲੈ ਕੇ ਧਰਮ ਦਾ ਕੰਡਾ ਜਾਂ ਕਰਨੀ ਤੋਲ ਜਾਂਦਾ ਹੈ?
ਕੋਈ ਲਾਜ ਜਵਾਜ ਦੀ ਨਸ਼ਤਰ ਜਾਂ ਛਾਲੇ ਫੋਲ ਜਾਂਦਾ ਹੈ, ਪਰ ਜਦ ਕੋਈ ਪੁੱਤਰਾਂ ਦੇ ਦਾਨੀ ਦੀ ਕਹਾਣੀ ਪਾਣ ਬਹਿ ਜਾਂਦਾ ਹੈ, ਇਹ ਅੱਖ ਭਿੱਜ ਜਾਂਦੀ ਏ, ਕਲੇਜਾ ਡੋਲ ਜਾਂਦਾ ਹੈ। ਬੜੀ ਔਖੀ ਬਾਤ ਹੈ। ਕਲਗੀ ਵਾਲੇ ਪਾਤਸ਼ਾਹ ਦੀ ਬਾਤ ਪਾਣੀ, ਉਸ ਪਾਤਸ਼ਾਹ ਦੇ ਉਹਨਾਂ ਲਖਤੇ ਜਿਗਰਾਂ ਨੂੰ ਤੁਸੀਂ ਯਾਦ ਕਰ ਰਹੇ ਹੋ, ਜਿਨ੍ਹਾਂ ਨੇ ਸਾਡੀ ਖਾਤਰ, ਧਰਮ ਦੀ ਖਾਤਰ ਆਪਣਾ ਆਪਾ ਕੁਰਬਾਨ ਕੀਤਾ। ਔਰ ਕਲਗੀ ਵਾਲੇ ਪਾਤਸ਼ਾਹ ਨੇ ਸਾਨੂੰ ਸਿੱਖੀ ਦੀ ਪਹਿਚਾਣ ਕਰਵਾਈ ਸੀ। ਮੈਨੂੰ ਮਾਫ ਕਰਿਆ ਜੇ, ਅੱਜ ਨਾ ਮੇਰੀਆਂ ਭੈਣਾਂ ਬੱਚਿਆਂ ਦੇ ਕੇਸ ਵਾਹਣ ਖੁਣਾ ਹੀ ਉਹਨਾਂ ਦੇ ਕੇਸ ਕਟਾਈ ਜਾਂਦੀਆਂ ਨੇ, ਤੇ ਉਹਨਾਂ ਦੇ ਹੇਅਰ ਸਟਾਈਲ ਬਣਾਉਣਗੀਆਂ ਜਿਹੜੇ ਫਿਲਮੀ ਹੀਰੋ ਨੇ ਉਹਨਾਂ ਵਰਗੇ। ਉਹਨਾਂ ਦੇ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ ਕਿ ਮੇਰਾ ਪੁੱਤਰ ਮੈਨੂੰ ਸੰਨੀ ਦਿਓਲ ਵਰਗਾ ਲੱਗਦਾ ਹੈ, ਮੈਨੂੰ ਰਿਤਿਕ ਰੋਸ਼ਨ ਵਰਗਾ ਲੱਗਦਾ ਹੈ। ਪਰ ਕੋਈ ਭਾਗਾਂ ਵਾਲੀ ਮਾਂ ਹੈ ਜਿਹੜੀ ਆਪਣੇ ਪੁੱਤਰ ਦੇ ਸੀਸ ਤੇ ਸੋਹਣੀ ਜੀ ਦਸਤਾਰ ਸਜਾ ਕੇ ਉਹਦਾ ਮੁਖ ਚੁੰਮ ਕੇ ਕਹਿੰਦੀ ਹੋਵੇ ਕਿ ਅੱਜ ਮੇਰਾ ਪੁੱਤਰ ਮੈਨੂੰ ਬਾਬਾ ਜੋਰਾਵਰ ਸਿੰਘ ਵਰਗਾ ਲੱਗਦਾ ਹੈ, ਮੈਨੂੰ ਬਾਬਾ ਫਤਿਹ ਸਿੰਘ ਵਰਗਾ ਲੱਗਦਾ ਹੈ। ਇਹ ਸਾਡੇ ਦਿਨ ਤਾਂ ਮਨਾਏ ਸਫਲਾ ਹੋਣੇ ਜੇ ਸਾਡੇ ਅੰਦਰ ਬਾਣੀ ਵਸ ਜਾਏ ਤੇ ਸਾਡੇ ਕੋਲ ਬਾਹਰ ਬਾਣਾ ਹੋਵੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ। ਕੋਟਾਨ ਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪ੍ਰਬੰਧਕ ਵੀਰਾਂ ਦਾ, ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਸਾਰੇ ਪ੍ਰਬੰਧਕ ਵੀਰਾਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।